ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਿਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ। ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨਿਕੀ ਖਟਾਨੀ। ਜੀ ਕੀ ਕਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਜੀ ਕੀ ਕਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਗੁਰ ਦੀਨੋ ਮਨ ਤਾਨੀ। ਡਿਗੈ ਨ ਡੁਲੈ ਦ੍ਰਿੜ ਕਰ ਰਹਿਓ। ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते तिनकी बात बिलानी। अलंकार मिल थैली हुई है ताते कनक बखानी। प्रगट्यो जोत सहज सुख शोभा बाजे अनहत बानी। कहो नानक नीचल घर बांधियो गुर कीओ बंदानी। प्रगट्यो जोत सहज सुख शोभा बाजे अनहत बानी। कहो नानक नीचल घर बांधियो गुर कीओ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਨੇ। ਨੇਤਾ ਪ੍ਰਤੀ ਦੀ ਤਰ੍ਹਾਂ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਦੇ ਰਾਹੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 671 ਅਤੇ 72 ਦੇ ਉੱਤੇ ਸੁਭਾਈਮਾਨ ਹੈ। ਪਿਛਲੇ 2 ਦਿਨਾਂ ਤੋਂ ਲੈ ਕੇ ਆਪਾਂ ਸਾਰੇ ਮਿਲ ਕੇ ਇਸ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਆਓ ਰਹਿੰਦੇ ਪਾਵਨ ਸ਼ਬਦ ਦੇ ਬੰਦਾਂ ਨੂੰ ਸਾਰੇ ਜਣੇ ਮਿਲ ਕੇ ਵਿਚਾਰਨ ਦਾ ਯਤਨ ਕਰੀਏ। ਰਹਾਉ ਵਾਲੇ ਬੰਦ ਨੂੰ ਇੱਕ ਵਾਰੀ ਵਿਚਾਰ ਲਈਏ ਤਾਂ ਜੋ ਕਿ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਉਹਦੀ ਸਾਨੂੰ ਸਮਝ ਲੱਗ ਸਕੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਜੀ ਕੀ ਏਕੈ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਇਸ ਪਾਵਨ ਪੰਕਤੀਆਂ ਨੂੰ ਵਿਚਾਰਨ ਦਾ ਯਤਨ ਕੀਤਾ ਹੈ ਕਿ ਇਸ ਜਿੰਦ ਦੀ, ਇਸ ਹਿਰਦੇ ਦੀ ਅਰਦਾਸ ਬੇਨਤੀ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਕੋਲ ਉਸ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਮੰਨੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਉਸ ਨਿਰੰਕਾਰ ਨੂੰ ਛੱਡ ਕੇ ਮਨੁੱਖ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਯਤਨ ਕਰਦਾ ਰਵੇ, ਜੇ ਜੀਵਨ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ, ਜੇ ਗੁਰੂ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਤਿੰਨ ਤਿਲ ਨਹੀਂ ਕੀਮਤ ਜਾਨੀ। ਤੇਰੇ ਗੁਰੂ ਤੋਂ ਬਾਹਰ ਰਹਿ ਕੇ, ਏਦਾਂ ਕਹਿ ਲਈ ਕਿ ਜਿਹੜੇ ਕਾਰਜ ਸਾਨੂੰ ਕਰਨ ਵਾਸਤੇ ਗੁਰੂ ਪ੍ਰੇਰਿਤ ਕਰਦਾ, ਜਿਹੜੇ ਕੰਮ ਕਰਨ ਵਾਸਤੇ ਸਾਨੂੰ ਗੁਰੂ ਕਹਿੰਦਾ, ਜੇ ਆਪਾਂ ਉਹਨਾਂ ਨੂੰ ਛੱਡ ਕੇ ਦੂਜੇ ਪਾਸੇ ਕਰ ਧਰਮ ਦੇ ਕੰਮ ਰਹੇ ਆ, ਨਾ ਉਹਨਾਂ ਦਾ ਧਰਮੀ ਕੰਮ ਹੈ ਵੀ ਮੈਂ ਧਰਮ ਦੇ ਕੰਮ ਕਰ ਰਿਹਾ, ਪਰ ਉਹਦੇ ਵਿੱਚ ਗੁਰੂ ਦੀ ਵਿਚਾਰ ਨਹੀਂ ਹੈ। ਜੋ ਗੁਰੂ ਕਹਿ ਰਿਹਾ ਜੇਕਰ ਆਪਾਂ ਉਹ ਕਾਰਜ ਕਰੀਏ ਤੇ ਸਮਝ ਲੈਣਾ ਸਾਡੇ ਕੀਤੇ ਹੋਏ ਕੰਮ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਗਏ ਨੇ, ਤੇ ਜਿਹੜੇ ਕੰਮਾਂ ਤੋਂ ਗੁਰੂ ਵਰਜ ਰਿਹਾ ਤੇ ਆਪਾਂ ਜੇ ਉਹ ਹੀ ਕਰ ਰਹੇ ਹਾਂ, ਸਤਿਗੁਰੂ ਕਹਿੰਦੇ ਫਿਰ ਤਿੰਨ ਤਿਲ ਨਹੀਂ ਕੀਮਤ ਜਾਨੀ। ਉਹਨਾਂ ਦੀ ਇੱਕ ਤਿਲ ਜਿੰਨੀ ਕੀਮਤ ਨਹੀਂ ਪੈ ਸਕਦੀ ਜਿਨ੍ਹਾਂ ਵਿੱਚ ਗੁਰੂ ਦੀ ਵਿਚਾਰ ਨਹੀਂ। ਪਿਛਲੇ ਸਮੇਂ ਵਿੱਚ ਅਰੰਭਤਾ ਵਿੱਚ ਬੇਨਤੀ ਕੀਤੀ ਸੀ ਕਿ ਭਗਤ ਕਬੀਰ ਸਾਹਿਬ ਜੀ, ਉਹਨਾਂ ਨੇ ਕਿਹਾ ਵੀ ਜੋ ਰੱਬ ਜੀ ਨੇ ਮੈਨੂੰ ਕਹਿ ਕੇ ਇਸ ਦੁਨੀਆ ਦੇ ਅੰਦਰ ਭੇਜਿਆ ਮੈਂ ਉਹ ਕੰਮ ਕਰਨੇ ਨੇ। ਸਭ ਤੋਂ ਪਹਿਲੀ ਗੱਲ ਇਹ ਸੀ ਕਿ ਮੈਂ ਇੱਕ ਨਿਰੰਕਾਰ ਦਾ ਪੁਜਾਰੀ ਹੋਣਾ, ਮੈਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਨੂੰ ਧਿਆਉਣ ਵਾਲਾ। ਪਰ ਉਸ ਵੇਲੇ ਜਿਹੜਾ ਬੋਲਬਾਲਾ ਚੱਲ ਰਿਹਾ ਸੀ, ਕਾਸ਼ੀ ਦੀ ਧਰਤੀ ਹੈ, ਉਹਨਾਂ ਨੇ ਬੜਾ ਦੁੱਖ ਕੀਤਾ ਇਸ ਗੱਲ ਦਾ ਵੀ ਕਮਾਲ ਦੀ ਗੱਲ ਹੈ, ਜੇ ਭਗਤ ਕਬੀਰ ਇੱਕ ਦਾ ਪੁਜਾਰੀ ਹੋ ਗਿਆ। ਖਤਰਾ ਕੇਵਲ ਭਗਤ ਕਬੀਰ ਸਾਹਿਬ ਤੋਂ ਨਹੀਂ ਸੀ, ਖਤਰਾ ਇਸ ਗੱਲ ਤੋਂ ਸੀ ਵੀ ਜੇ ਅੱਜ ਇੱਕ ਪੈਦਾ ਹੋਇਆ, ਕੱਲ ਨੂੰ 2 ਹੋਣਗੇ, ਫਿਰ 3 ਹੋਣਗੇ, 4 ਹੋਣਗੇ। ਹੌਲੀ ਹੌਲੀ ਕਰਦਿਆਂ ਕਰਦਿਆਂ ਇਹਨਾਂ ਦਾ ਬੋਲਬਾਲਾ ਦੁਨੀਆ ਅੰਦਰ ਹੋ ਜਾਣਾ, ਇਹਨਾਂ ਕੋਲ ਸੱਚ ਹੈ। ਖਤਰਾ ਇਸ ਗੱਲ ਦਾ ਸੀ ਇਹਨਾਂ ਕੋਲ ਸੱਚ ਹੈ, ਜੇ ਇਹਨਾਂ ਨੇ ਸੱਚ ਦੁਨੀਆ ਦੇ ਅੰਦਰ ਸੁਣਾ ਦਿੱਤਾ ਤੇ ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ।
ਅੱਜ ਵੀ ਤੁਸੀਂ ਦੇਖੋ ਖਤਰਾ ਇਸੇ ਗੱਲ ਦਾ ਹੈ ਕਿ ਬਾਣੀ ਤੋਂ ਸਾਨੂੰ ਦਿਨੋਂ ਦਿਨ ਦੂਰ ਜਿਹੜਾ ਕੀਤਾ ਜਾ ਰਿਹਾ ਹੈ। ਖਤਰਾ ਇਹ ਗੱਲ ਦਾ ਕਿ ਜੇ ਇਹਨਾਂ ਨੂੰ ਬਾਣੀ ਸਮਝ ਆ ਗਈ, ਜੇ ਕਿਤੇ ਬਾਣੀ ਇਹ ਆਪ ਵਿਚਾਰਨ ਲੱਗ ਪਏ, ਫਿਰ ਸਾਡੇ ਵਾਲੇ ਪਾਸੇ ਥੋੜਾ ਹੋਣਾ। ਫਿਰ ਥੋੜਾ ਇਹਨਾਂ ਨੇ ਕਹਿੰਦੀਆਂ ਭਰ ਕੇ ਜਲਦੀਆਂ ਲੈ ਜਾਣੀਆਂ ਵੀ ਆਹ ਲੋਕ ਕਹਿੰਦੇ ਜਲਦੀ ਘਰ ਵਿੱਚ ਲੈ ਸੁੱਖ ਆ ਜਾਣਗੇ, ਫਿਰ ਨਹੀਂ ਲੈ ਕੇ ਜਾਣੀਆਂ ਨੇ। ਇਹਨਾਂ ਨੂੰ ਪਤਾ ਲੱਗ ਜਾਣਾ, ਇਹਨਾਂ ਨੇ ਗੱਲ ਸਮਝ ਲੈਣੀ ਹੈ, ਗੁਰੂ ਦੀ ਵਿਚਾਰ ਇਹਨਾਂ ਦੇ ਹਿਰਦੇ ਅੰਦਰ ਟਿਕ ਜਾਣੀ ਹੈ। ਫਿਰ ਇਹਨਾਂ ਨੇ ਸਾਡੇ ਕੋਲ ਨਹੀਂ ਆਉਣਾ, ਫਿਰ ਤੇ ਇਹਨਾਂ ਨੇ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਬਣ ਜਾਣਾ। ਤਾਂ ਸਾਨੂੰ ਬਾਹਰੀ ਤੌਰ ਤੇ ਕਰਮ ਜਿਹੜੇ ਨੇ ਦੱਸੇ ਜਾ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਭਗਤ ਕਬੀਰ ਸਾਹਿਬ ਵਰਗਿਆਂ ਨੇ ਰਹਿਮਤ ਕੀਤੀ। ਉਹਨਾਂ ਨੇ ਦੁਨੀਆ ਦੇ ਅੰਦਰ ਸੱਚ ਵਰਤਾਇਆ, ਦੁਨੀਆ ਨੂੰ ਸੱਚ ਦੱਸਿਆ ਕਿ ਸੰਸਾਰ ਦੇ ਲੋਕੋ ਸੱਚ ਕੀ ਹੈ। ਦੁਨੀਆ ਦੇ ਅੰਦਰ ਦੱਸਿਆ ਜਾ ਰਿਹਾ ਸੀ ਸੰਸਾਰ ਨੂੰ, ਤੁਸੀਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਓ, ਤੁਸੀਂ ਰੱਬ ਨੂੰ ਪ੍ਰਵਾਨ ਹੋ ਜਾਓਗੇ। ਤੁਸੀਂ ਦੁਨੀਆ ਦੇ ਅੰਦਰ ਯੱਗ ਕਰਾ ਲਓ, ਤੁਸੀਂ ਦੁਨੀਆ ਅੰਦਰ ਦਾਨ ਪੁੰਨ ਕਰ ਲਓ। ਇਹ ਸਾਰਾ ਕੁਝ ਕਰਨ ਦੇ ਨਾਲ ਕੀ ਹੈ, ਤੁਹਾਡੇ ਉੱਤੇ ਰੱਬ ਨੇ ਦਿਆਲ ਹੋ ਜਾਣਾ। ਅੱਜ ਵੀ ਅਸੀਂ ਕਈ ਵਾਰੀ ਸੋਚਦੇ ਹਾਂ ਇਦਾਂ ਹੀ ਵੀ ਰੱਬ ਦੀ ਦਿਆਲਤਾ ਲੈਣੀ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਇਸ਼ਨਾਨ ਨਹੀਂ ਹੋਣਾ ਚਾਹੀਦਾ। ਉਹ 68 ਤੀਰਥਾਂ ਦੇ ਕਹਿੰਦੇ ਜਿਹਦੀ ਆਪਾਂ ਕਿ ਪਤਾ ਕਹਿੰਦੇ ਆ 5 ਤਖਤਾਂ ਦੇ ਉੱਤੇ ਜਾਏ। ਮੁਬਾਰਕ 5 ਤਖਤਾਂ ਉੱਤੇ ਜਾਣਾ ਮਾੜੀ ਗੱਲ ਨਹੀਂ, ਜਾਣਾ ਚਾਹੀਦਾ, ਹਰੇਕ ਨੂੰ ਜਾਣਾ ਚਾਹੀਦਾ। ਪਰ ਉੱਥੋਂ ਲੈ ਕੇ ਕੀ ਆਏ, ਉੱਥੋਂ ਸਿੱਖ ਕੇ ਕੀ ਆਏ ਆ? ਜਾਣਾ ਤੇ ਆਪਾਂ ਸਿੱਖਣ ਵਾਸਤੇ ਆ ਨਾ, ਕਿ 5 ਤਖਤਾਂ ਦੇ ਉੱਤੇ ਜਾਈਏ, ਸਾਨੂੰ ਉਹਨਾਂ ਦੇ ਇਤਿਹਾਸ ਦਾ ਪਤਾ ਹੋਵੇ, 5 ਤਖਤਾਂ ਦੇ ਇਤਿਹਾਸ ਦਾ ਪਤਾ ਹੋਵੇ। ਜਾਣਾ ਤੇ ਆ ਕੰਮ ਕਰਨ ਜੀ, ਤੇ ਆਪਾਂ ਉੱਥੇ ਸਭ ਤੋਂ ਪਹਿਲਾਂ ਜਾ ਕੇ ਖਰੀਦਦੇ ਕੈਨੀਆਂ ਜਿਹਦੇ ਵਿੱਚ ਜਲ ਭਰ ਕੇ ਲੈ ਜਾਣਾ ਹੁੰਦਾ। ਹੁਣ ਸਤਿਗੁਰਾਂ ਦੇ ਕੋਲੋਂ ਪੁੱਛੀਏ, ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਹੈ ਵੀ ਜਿਹੜਾ ਜਲ ਹੈ ਇਹ ਕਾਹਦੇ ਵਾਸਤੇ ਹੈ? ਤੇਰੀ ਸੁਰਤ ਨੂੰ ਨਿਰਮਲ ਕਰਨ ਵਾਸਤੇ ਹੈ ਕਿ ਜਾਂ ਤੇਰਾ ਤਨ, ਪਾਣੀ ਦੇ ਨਾਲ ਤੇਰਾ ਤਨ ਜਿਹੜਾ ਉਹ ਨਿਰਮਲ ਹੋਣਾ। ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ, ਪਾਣੀ ਚੇਤਨਾ ਧੋ ਪਈ, ਮੁਖ ਪੀਤੇ ਤਿਖ ਜਾਏ। ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆ ਅੰਦਰ ਦੇਖਿਆ ਵੀ ਦੁਨੀਆ ਕਰ ਕੀ ਰਹੀ ਹੈ। ਜਿਹੜਾ ਤੀਰਥ ਤੇ ਇਸ਼ਨਾਨ ਕਰਕੇ ਆਉਂਦਾ ਉਹ ਕਹਿੰਦਾ ਮੈਂ ਨਿਰਮਲ ਹੋ ਗਿਆ, ਹੁਣ ਮੈਂ ਰੱਬ ਨੂੰ ਪ੍ਰਵਾਨ ਹੋ ਗਿਆ। ਇਹਨੂੰ ਸਰੀਰ ਨੂੰ ਧੋਣਾ, ਸਰੀਰ ਨੂੰ ਨਵਾਉਣਾ, ਸਾਡਾ ਇਸ਼ਨਾਨ ਕਰਨਾ ਜਿਹੜਾ ਉਹ ਸਾਡੀ ਇੱਕ ਨਿੱਜੀ ਜ਼ਰੂਰਤ ਹੈ। ਇਹ ਸਾਡੀ ਜ਼ਰੂਰਤ ਹੈ, ਅਸੀਂ ਸਰੀਰ ਨੂੰ ਇਸ਼ਨਾਨ ਕਰਵਾਉਂਦੇ ਹਾਂ। ਸਰੀਰ ਨੂੰ ਜ਼ਰੂਰਤ ਹੈ ਇਸ਼ਨਾਨ ਦੀ। ਤੇ ਜੇ ਆਪਾਂ ਬਾਹਰੀ ਤੌਰ ਤੇ ਸਰੀਰ ਨੂੰ ਨਵਾ ਕੇ ਜੇ ਆਪਾਂ ਇਹਨੂੰ ਧਰਮ ਦੇ ਨਾਲ ਜੋੜ ਦਿੰਦੇ ਹਾਂ ਵੀ ਮੈਂ ਇਸ਼ਨਾਨ ਬੜੇ ਕਰਦਾ ਤੇ ਮੈਂ ਧਰਮੀ ਹੋ ਗਿਆ, ਫਿਰ ਉਹ ਕਰਮਕਾਂਡ ਹੈ ਵੀ ਬਾਹਰੋਂ ਨਹਾਉਣ ਦੇ ਨਾਲ ਮਨ ਨਿਰਮਲ ਨਹੀਂ ਹੋਣਾ। ਤੇ ਗੁਰੂ ਨੂੰ ਕਦੋਂ ਪ੍ਰਵਾਨ ਹੋਣਾ ਭਲਾ? ਜਦੋਂ ਸਾਡੀ ਸੁਰਤ ਨਿਰਮਲ ਹੋਏਗੀ। ਜੇ ਮਨ ਨਿਰਮਲ ਹੋਇਆ ਤੇ ਤਾਂ ਆਪਾਂ ਗੁਰੂ ਨੂੰ ਪ੍ਰਵਾਨ ਹੋ ਸਕਦੇ ਹਾਂ। ਤਨ ਤੇ ਆਪਾਂ ਪਤਾ ਨਹੀਂ ਕਿੰਨੀ ਵਾਰੀ ਧੋਂਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭਲਿਓ, ਪਾਣੀ ਜਿਹੜਾ ਨਾ, ਪਾਣੀ ਦੇ ਨਾਲ ਚਿੱਤ ਨਹੀਂ ਧੋਤਾ ਜਾਣਾ, ਪਾਣੀ ਦੇ ਨਾਲ ਸੁਰਤ ਨਹੀਂ ਧੋਤੀ ਜਾਣੀ। ਪਾਣੀ ਚੇਤਨਾ ਧੋ ਪਈ, ਮੁਖ ਪੀਤੇ ਤਿਖ ਜਾਏ। ਹਾਂ, ਜੇ ਤੂੰ ਪਾਣੀ ਨੂੰ ਮੂੰਹ ਦੇ ਨਾਲ ਪੀਵੇਂ ਨਾ ਤੇ ਤੇਰੇ ਸਰੀਰ ਦੀ ਪਿਆਸ ਬੁਝ ਸਕਦੀ ਹੈ। ਪਾਣੀ ਦੇ ਨਾਲ ਤੇਰੀ ਪਾਣੀ ਬਹੁਤ ਜ਼ਰੂਰੀ ਹੈ ਜੀਵਨ ਵਿੱਚ। ਤਾਂ ਸਤਿਗੁਰਾਂ ਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ। ਪਾਣੀ ਜੀਵਨ ਦੇ ਵਾਸਤੇ ਬਹੁਤ ਜ਼ਰੂਰੀ ਹੈ। ਪਾਣੀ ਪੀਣ ਦੇ ਨਾਲ ਤੇਰੀ ਪਿਆਸ ਬੁਝ ਸਕਦੀ ਹੈ। ਜੇ ਤੂੰ ਕਹੇ ਮੇਰਾ ਚਿੱਤ ਨਿਰਮਲ ਹੋ ਗਿਆ, ਸਤਿਗੁਰੂ ਜੀ ਕਹਿੰਦੇ ਪਾਣੀ ਨਾਲ ਨਹੀਂ ਹੋਣਾ। ਅੱਛਾ, ਇੱਕ ਹੋਰ ਹੈ ਵਾਕ ਸਤਿਗੁਰਾਂ ਦਾ ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਲੈਣਾ। ਕੋਟ ਤੀਰਥ ਮੱਜਣ ਇਸ਼ਨਾਨਾ। ਕੀ ਹੁੰਦਾ ਭਲਾ? ਕੋਟ ਦਾ ਅਰਥ ਹੁੰਦਾ ਕਰੋੜਾਂ ਹੀ। ਕੋਟ ਸ਼ਬਦ ਜਿਹੜਾ ਇਹ 3 ਤਰੀਕਿਆਂ ਦੇ ਨਾਲ ਆਇਆ, 3 ਸਰੂਪ ਨੇ ਬਾਣੀ ਦੇ ਵਿੱਚ ਇਹਦੇ। ਜਿਹਦੇ ਕੱਕੇ ਨੂੰ ਹੋੜਾ ਟੈਗਾ ਟੈਕੇ ਨੂੰ ਸਿਹਾਰੀ ਲੱਗੀ ਹੋਈ ਹੈ, ਉਚਾਰਨ ਉਹਦਾ ਵੀ ਕੋਟ ਹੀ ਹੈ। ਉਹਦਾ ਅਰਥ ਹੈ ਕਰੋੜਾਂ ਹੀ।
ਤੇ ਜੇ ਟੈਂਕੇ ਨੂੰ ਔਂਕੜ ਲੱਗੀ ਹੋਵੇ ਫਿਰ ਉਹਦਾ ਅਰਥ ਪੜਿਆ ਉਹ ਵੀ ਕੋਟ ਜਾਣਾ, ਉਹਦਾ ਅਰਥ ਹੈ ਕਿਲਾ। ਜੇ ਟੈਂਕੇ ਨੂੰ ਇੱਕ ਔਂਕੜ ਲੱਗੀ ਹੈ ਨਾ, ਪੜਿਆ ਉਹ ਵੀ ਕੋਟ ਜਾਣਾ ਹੈ, ਪਰ ਉਹਦਾ ਅਰਥ ਹੈ ਕਿਲਾ। ਤੇ ਜੇ ਟੈਂਕਾ ਮੁਕਤ ਹੈ, ਔਂਕੜ ਵੀ ਥੱਲੇ ਨਹੀਂ ਲੱਗੀ, ਸਿਹਾਰ ਵੀ ਨਹੀਂ ਲੱਗੀ, ਫਿਰ ਬਹੁਤੇ ਕਿਲਿਆਂ ਦੀ ਗੱਲ ਹੈ। ਜਿਹੜੇ ਜੇ ਟੈਂਕਾ ਮੁਕਤਾ ਤੇ ਫਿਰ ਬਹੁਤੇ ਕਿਲਿਆਂ ਦੀ ਗੱਲ ਹੈ, ਫਿਰ ਬਹੁਵਚਨ ਸ਼ਬਦ ਬਣ ਗਿਆ। ਸਵਰੂਪ ਤਿੰਨ ਨੇ, ਉਚਾਰਨ ਇੱਕ ਹੀ ਹੈ ਤੇ ਅਰਥ ਅਲੱਗ-ਅਲੱਗ ਨੇ। ਇਹ ਜਦੋਂ ਬਾਣੀ ਨੂੰ ਆਪਾਂ ਧਿਆਨ ਦੇ ਨਾਲ ਪੜਾਂਗੇ, ਵਿਚਾਰਾਂਗੇ, ਉਦੋਂ ਸਮਝ ਲੱਗਣੀ। ਇੱਥੇ ਜਿਹੜਾ ਕੋਟ ਸਤਿਗੁਰਾਂ ਨੇ ਵਰਤਿਆ, ਉਹ ਕੋਟ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ। ਉਹਦਾ ਅਰਥ ਹੈ ਕਰੋੜਾਂ ਹੀ। ਕੋਟ ਤੀਰਥ ਮੱਜਣ ਇਸ਼ਨਾਨਾ। ਤੂੰ ਤੇ 68 ਤੀਰਥਾਂ ਦੀ ਗੱਲ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਕਰੋੜਾਂ ਹੀ ਤੀਰਥਾਂ ਉੱਤੇ ਨਹਾ ਕੇ ਆਇਆ। 1 2 4 ਜਾਂ 68 100 ਤੀਰਥ ਦੀ ਗੱਲ ਨਹੀਂ, ਕਰੋੜਾਂ ਹੀ ਤੀਰਥਾਂ ਦੀ ਗੱਲ ਹੈ। ਅੱਛਾ, ਜੇ ਹੁਣ ਜੇ ਇਹ ਏਦਾਂ ਨਿਰਮਲ ਹੋਣਾ ਹੁੰਦਾ ਮਨੁੱਖ ਨੇ, ਫਿਰ ਤੇ ਉਹ ਐਨ ਚਿੱਟਾ ਦੁੱਧ ਵਰਗਾ ਹੋ ਜਾਣਾ ਚਾਹੀਦਾ ਸੀ ਵੀ ਆ ਇੰਨੇ ਤੀਰਥਾਂ ਉੱਤੇ ਨਾ ਆਇਆ। ਪਰ ਸਤਿਗੁਰੂ ਜੀ ਕੁਝ ਹੋਰ ਕਹਿ ਰਹੇ ਨੇ। ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕਮਾਲ ਦੀ ਗੱਲ ਹੈ। ਗੁਰੂ ਸਾਹਿਬ ਜੀ ਕਹਿੰਦੇ ਤੂੰ ਜਿੰਨੇ ਇਸ਼ਨਾਨ ਕਰ ਰਿਹਾ ਨਾ, ਓਨੀ ਤੇਰੇ ਮਨ ਉੱਤੇ ਮੈਲ ਚੜ ਰਹੀ ਹੈ, ਓਨਾ ਹੀ ਤੇਰਾ ਹੁਣ ਨਹਾਉਣ ਦੇ ਨਾਲ ਤੇ ਨਿਰਮਲ ਹੋਣਾ ਨਾ। ਪਰ ਸਤਿਗੁਰੂ ਜੀ ਕਹਿੰਦੇ ਜਿੰਨਾ ਤੂੰ ਨਹਾ ਰਿਹਾ, ਓਨਾ ਹੀ ਮੈਲਾ ਹੁੰਦਾ ਜਾ ਰਿਹਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾ। ਇੰਨੀ ਮੈਲ ਚੜ ਗਈ ਕਿ ਹੁਣ ਇਹ ਬਿਲਕੁਲ ਕਾਲਾ ਹੋਇਆ ਪਿਆ। ਦੂਜੀ ਗੱਲ ਸਤਿਗੁਰੂ ਜੀ ਕਹਿੰਦੇ ਵੀ ਜਿਹੜੇ ਰੱਬ ਨੂੰ ਤੂੰ ਤੀਰਥਾਂ ਉੱਤੇ ਇਸ਼ਨਾਨ ਕਰਕੇ ਪਾਉਣਾ ਚਾਹੁੰਦਾ ਹੈ ਨਾ, ਉਹ ਰੱਬ ਤੇਰੇ ਅੰਦਰ ਹੀ ਹੈ। ਉਹ ਕਿਤੇ ਬਾਹਰ ਨਹੀਂ, ਉਹ ਤੇਰੇ ਹਿਰਦੇ ਅੰਦਰ ਹੀ ਵਸਿਆ ਹੋਇਆ। ਫਿਰ ਸਵਾਲ ਇਹ ਹੈ ਕਿ ਜੇ ਹਿਰਦੇ ਅੰਦਰ ਹੀ ਹੈ ਤੇ ਫਿਰ ਉਹ ਦਿਸਦਾ ਕਿਉਂ ਨਹੀਂ? ਪ੍ਰਗਟ ਕਰਨਾ ਪੈਣਾ, ਮਨ ਨਿਰਮਲ ਕਰਨਾ ਪੈਣਾ। ਜਿੱਦਾਂ ਬਜ਼ੁਰਗਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਵੇਗਾ, ਲਾਲਟੈਨ ਹੁੰਦੀ ਸੀ ਨਾ, ਉਹਦਾ ਸ਼ੀਸ਼ਾ ਹੁੰਦਾ ਸੀ ਜਿਹੜਾ, ਤੇ ਰਾਤ ਨੂੰ ਉਹਨੂੰ ਜਗਾਉਣ ਤੋਂ ਪਹਿਲਾਂ ਤੇ ਜਿਹੜਾ ਘਰ ਦਾ ਬਜ਼ੁਰਗ ਹੁੰਦਾ ਸੀ ਕਹਿੰਦਾ ਫਿਰ ਚੰਗੀ ਤਰ੍ਹਾਂ ਸਾਫ਼ ਕਰ ਲਓ, ਪਹਿਲਾਂ ਸ਼ੀਸ਼ੇ ਨੂੰ ਸਾਫ਼ ਕਰ ਲਓ ਫਿਰ ਜਗਾਏ। ਹੁਣ ਕਾਰਨ ਉਸ ਸ਼ੀਸ਼ੇ ਨੂੰ ਸਾਫ਼ ਕਰਨ ਦਾ ਕਾਰਨ ਕੀ ਸੀ? ਵੀ ਜੇ ਜਿਹੜੀ ਰੋਸ਼ਨੀ ਅੰਦਰ ਉਹਦੇ ਹੈ ਨਾ, ਸ਼ੀਸ਼ੇ ਦੇ ਅੰਦਰ ਜਿਹੜੀ ਰੋਸ਼ਨੀ ਹੈ, ਜੇ ਸ਼ੀਸ਼ਾ ਸਾਫ਼ ਨਾ ਹੋਇਆ ਤੇ ਉਹ ਰੋਸ਼ਨੀ ਉਹ ਬਾਹਰ ਨਹੀਂ ਨਿਕਲਣੀ। ਸ਼ੀਸ਼ਾ ਜੇ ਮੈਲਾ ਹੋ ਗਿਆ, ਹੈ ਰੋਸ਼ਨੀ ਉਹੀ ਹੈ, ਸ਼ੀਸ਼ਾ ਸਾਫ਼ ਕੀਤਾ ਤੇ ਉਹਨੇ ਬਾਹਰ ਵੀ ਚਾਨਣ ਕਰ ਦਿੱਤਾ। ਤੇ ਜੇ ਸ਼ੀਸ਼ਾ ਮੈਲਾ ਹੈ, ਰੋਸ਼ਨੀ ਉਹੀ ਹੈ, ਜੋਤ ਉਹੀ ਜਗ ਰਹੀ ਹੈ, ਪਰ ਉਹਦਾ ਜਿਹੜੀ ਉਹਦੀ ਜੋਤ ਹੈ, ਜਿਹੜੀ ਉਹਦੀ ਲਾਈਟ ਹੈ, ਉਹਦੇ ਵਿੱਚ ਹੀ ਰਹਿ ਜਾਂਦੀ ਹੈ। ਇਹ ਸਾਫ਼ ਕੀਤਾ ਫਿਰ ਬਾਹਰ ਨੂੰ ਚਾਨਣ ਕਰ ਰਹੀ ਹੈ। ਇਸੇ ਤਰ੍ਹਾਂ ਸਾਡਾ ਮਨ ਰੂਪੀ ਸ਼ੀਸ਼ਾ ਜਿਹੜਾ ਨਾ, ਉਹ ਮੈਲਾ ਹੋਇਆ ਪਿਆ ਹੈ। ਰੱਬ ਸਾਡੇ ਅੰਦਰ ਹੀ ਹੈ, ਜੋਤ ਉਹ ਸਾਡੇ ਹਿਰਦੇ ਅੰਦਰ ਹੀ ਹੈ। ਜਿੱਦਣ ਅਸੀਂ ਬਾਣੀ ਦੇ ਰਾਹੀਂ, ਨਾਮ ਸਿਮਰਨ ਦੇ ਰਾਹੀਂ, ਗੁਰੂ ਦੇ ਵਿਚਾਰ ਦੇ ਰਾਹੀਂ ਜਦੋਂ ਇਹ ਮਨ ਨੂੰ ਸਾਫ਼ ਕਰ ਲਾਂਗੇ ਨਾ, ਇਸੇ ਮਨ ਦੇ ਵਿੱਚੋਂ ਹੀ ਉਹ ਜੋਤ ਜਾਗ ਕੇ ਉਹਨੇ ਇੰਨੀ ਰੋਸ਼ਨੀ ਕਰ ਦੇਣੀ ਹੈ, ਫਿਰ ਮਨੁੱਖ ਅਗਿਆਨਤਾ 'ਚ ਨਹੀਂ ਜਾਂਦਾ, ਫਿਰ ਅਗਿਆਨਤਾ ਦੇ ਹਨੇਰੇ ਵਿੱਚ ਖਚਤ ਨਹੀਂ ਹੁੰਦਾ। ਤਾਂ ਸਤਿਗੁਰੂ ਜੀ ਕਹਿੰਦੇ ਵੀ ਜੇ ਤੈਨੂੰ ਰੱਬ ਦੀ ਸਮਝ ਨਹੀਂ ਆਈ, ਤੇਰੇ ਕੀਤੇ ਹੋਏ ਕੰਮਾਂ ਦੀ ਤਿਲ ਭਰ ਵੀ ਕਿਤੇ ਕੀਮਤ ਨਹੀਂ ਪੈਣੀ। ਰਹਾਉ ਵਾਲੇ ਬੰਦ ਤੋਂ ਬਾਅਦ ਵਿੱਚ ਬਖਸ਼ਿਸ਼ ਕਰ ਲੈਣਾ। ਅੰਮ੍ਰਿਤ ਨਾਮ ਨਿਰਮੋਲ ਕਹੀਰਾ, ਗੁਰ ਦੀਨੋ ਮੰਤਾਨੀ। ਹੁਣ ਹੀਰੇ ਦੀ ਵੀ ਰੋਸ਼ਨੀ ਇੰਨੀ ਹੈ ਕਿ ਮਨੁੱਖ ਨੂੰ ਛੁਪਾਉਣ ਦਾ ਯਤਨ ਕਰੇ ਤੇ ਉਹ ਛੁਪਾਇਆ ਨਹੀਂ ਜਾ ਸਕਦਾ, ਇੰਨੀ ਰੋਸ਼ਨੀ ਆ ਉਹਦੇ ਵਿੱਚ ਵੀ। ਸਤਿਗੁਰੂ ਜੀ ਕਹਿੰਦੇ ਜਿਹੜਾ ਰੱਬ ਜੀ ਦਾ ਨਾਮ ਹੈ ਨਾ, ਅੰਮ੍ਰਿਤ ਰੂਪੀ ਨਾਮ ਜਿਹੜਾ, ਉਹ ਹੀਰਿਆਂ ਤੋਂ ਵੀ ਅਮੋਲਕ ਹੈ। ਉਹਦੀ ਚਮਕ ਜਿਹੜੀ ਹੈ ਨਾ, ਉਹ ਹੀਰਿਆਂ ਤੋਂ ਵੀ ਜ਼ਿਆਦੀ ਹੈ, ਅਮੋਲਕ ਵੀ ਜ਼ਿਆਦਾ, ਕਿਉਂਕਿ ਉਹਦੇ ਕੋਲ ਮੁੱਲ ਤਾਰ ਹੀ ਨਹੀਂ ਸਕਦਾ, ਤੇ ਉਹਦੀ ਚਮਕ ਵੀ ਜ਼ਿਆਦੀ ਹੈ। ਜਿਹਦੇ ਜੀਵਨ ਵਿੱਚ
ਨਾਮ ਗੁਰੂ ਦੀ ਵਿਚਾਰ ਟਿਕ ਜਾਂਦੀ ਹੈ, ਉਹਦੇ ਜੀਵਨ ਦੇ ਵਿੱਚ ਵੀ ਚਮਕ ਐਸੀ ਆ ਜਾਂਦੀ ਹੈ। ਜਦੋਂ ਚਮਕ ਆ ਜਾਏ ਜੀਵਨ ਦੇ ਅੰਦਰ, ਫਿਰ ਤੁਸੀਂ ਵਿਚਾਰ ਕੇ ਦੇਖਿਓ, ਗੁਲਾਬ ਦਾ ਫੁੱਲ ਜਿਹੜਾ ਹੁੰਦਾ ਹੈ ਨਾ, ਗੁਲਾਬ ਦੇ ਫੁੱਲ ਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ ਕਿ ਮੇਰੇ ਵਿੱਚ ਖੁਸ਼ਬੂ ਬਹੁਤ ਹੈ। ਉਹਦੇ ਕੋਲੋਂ ਦੇ ਲੰਘੀਏ ਤੇ ਪਤਾ ਲੱਗ ਜਾਂਦਾ ਵੀ ਇੱਥੇ ਗੁਲਾਬ ਦਾ ਫੁੱਲ ਹੈ। ਆ ਇੱਕ ਹੋਰ ਫੁੱਲ ਰਾਤ ਕੀ ਰਾਣੀ ਜਿਹਨੂੰ ਕਹਿੰਦੇ ਆ, ਕਿੰਨੀ ਉਹਦੀ ਖੁਸ਼ਬੂ ਹੈ, ਇੱਕ ਥਾਂ ਤੇ ਲੱਗੀ ਹੋਵੇ ਤੇ ਕਿੰਨੀ ਕਿੰਨੀ ਦੂਰ ਤੱਕ ਉਹਦੀ ਜਿਹੜੀ ਸਮੈਲ ਜਾਂਦੀ ਹੈ। ਉਹਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ ਵੀ ਆਹ ਦੇਖੋ ਮੇਰੇ ਕੋਲ ਇੰਨੀ ਖੁਸ਼ਬੂ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਬਾਣੀ ਪੜਨ ਵਾਲਾ ਨਾ, ਉਹਨੂੰ ਦੱਸਣਾ ਪੈਂਦਾ ਵਾਰ-ਵਾਰ ਬੋਲ ਕੇ ਵੀ ਆ ਵੇਖੋ ਜੀ ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਵਜੇ ਉੱਠਦਾ, ਇੰਨੀ ਬਾਣੀ ਪੜਦਾ। ਸਤਿਗੁਰੂ ਜੀ ਕਹਿੰਦੇ ਤੈਨੂੰ ਦੱਸਣ ਦੀ ਜ਼ਰੂਰਤ ਨਹੀਂ, ਤੇਰੇ ਜੀਵਨ ਵਿੱਚੋਂ ਲੱਭਣੀ ਚਾਹੀਦੀ ਹੈ। ਜਿੱਦਾਂ ਫੁੱਲ ਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ ਵੀ ਆ ਦੇਖੋ ਆਓ ਮੇਰੇ ਕੋਲ, ਤੁਹਾਨੂੰ ਮੈਂ ਦੱਸਣਾ ਮੇਰੇ ਕੋਲ ਖੁਸ਼ਬੂ ਬੜੀ ਹੈ। ਸਿੱਖਾਂ ਤੇਰੇ ਜੀਵਨ ਦੇ ਵਿੱਚੋਂ ਲੱਭਣਾ ਚਾਹੀਦਾ, ਤੈਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਤੇਰੇ ਕੰਮਾਂ ਦੇ ਵਿੱਚੋਂ ਦਿਸਣੀ ਚਾਹੀਦੀ ਹੈ ਵੀ ਤੂੰ ਕਿੰਨੀ ਗੁਰੂ ਦੀ ਬਾਣੀ ਪੜ੍ਹੀ ਹੈ, ਤੂੰ ਕਿੰਨਾ ਗੁਰੂ ਦੇ ਨਜ਼ਦੀਕ ਆਇਆ ਹੈ। ਤੇਰੇ ਵਿੱਚੋਂ ਖੁਸ਼ਬੂ ਹੀ ਐਸੀ ਆਵੇ, ਤੇਰੇ ਵਿੱਚੋਂ ਵਾਈਬ੍ਰੇਸ਼ਨਾਂ ਹੀ ਇਸ ਤਰ੍ਹਾਂ ਦੀਆਂ ਨਿਕਲਣਾ ਕਿ ਦੂਸਰੇ ਤੁਰਦੇ ਹੀ ਆਉਂਦੇ ਮਨੁੱਖ ਨੂੰ ਪਤਾ ਲੱਗ ਜੇ ਵੀ ਆਹ ਮਨੁੱਖ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰ ਲੈ ਕੇ ਤੁਰਿਆ। ਸਤਿਗੁਰੂ ਜੀ ਕਹਿੰਦੇ ਕਦੋਂ ਆਏਗੀ? ਜਦੋਂ ਅੰਮ੍ਰਿਤ ਰੂਪੀ ਨਾਮ ਗੁਰੂ ਦੀ ਵਿਚਾਰ ਸਾਡੇ ਜੀਵਨ ਦੇ ਅੰਦਰ, ਸਾਡੇ ਹਿਰਦੇ ਅੰਦਰ ਵਸ ਜਾਏ। ਫਿਰ ਉਹਦਾ ਜੀਵਨ ਕੈਸਾ ਹੈ? ਡਿੱਗੇ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਉਹ ਫਿਰ ਡਿੱਗਦਾ ਨਹੀਂ, ਉਹ ਫਿਰ ਡੋਲਦਾ ਨਹੀਂ, ਸਰੀਰ ਕਰਕੇ ਨਹੀਂ, ਮਨ ਕਰਕੇ। ਉਹਦਾ ਮਨ ਇੰਨਾ ਮਜ਼ਬੂਤ ਹੋ ਜਾਂਦਾ, ਉਹਦੇ ਜੀਵਨ ਵਿੱਚ ਦੁੱਖ ਆਵੇ, ਉਹਦੇ ਜੀਵਨ ਵਿੱਚ ਸੁੱਖ ਆਵੇ, ਉਹ ਕਦੇ ਡੋਲਦਾ ਹੀ ਨਹੀਂ। ਐਨ ਇੱਕ ਅਵਸਥਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦਾ। ਨਾ ਡੋਲਣ ਦਾ ਕਾਰਨ ਇੱਕ ਹੈ ਕਿ ਪਹਿਲੀ ਗੱਲ ਤੇ ਉਹਨੇ ਜਿੰਨੇ ਵਿਕਾਰ ਨੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ। ਉਹ ਨਹੀਂ ਉਹਨੂੰ ਪਰੇਸ਼ਾਨ ਕਰਦੇ, ਉਹ ਨਹੀਂ ਤੰਗ ਕਰਦੇ। ਇਹ ਵੀ ਆਪਣੇ ਆਪ ਦੀ ਮਨੁੱਖ ਦੀ ਤਾਕਤ ਨਹੀਂ ਕਿ ਵਿਕਾਰਾਂ ਨੂੰ ਕਾਬੂ ਕਰ ਸਕੇ। ਜਦੋਂ ਆਸਰਾ ਲਵਾਂਗੇ ਨਾ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਐਸੇ ਗੁਰੂ ਦਾ ਆਸਰਾ ਲਵਾਂਗੇ ਨਾ, ਜਿਹੜਾ ਗੁਰੂ ਨਾ ਕਦੇ ਆਪ ਡੋਲਦਾ ਤੇ ਨਾ ਹੀ ਕਦੇ ਡਿੱਗਦਾ, ਤੇ ਜੇ ਸਾਡਾ ਆਸਰਾ ਇਸ ਤਰ੍ਹਾਂ ਦਾ ਹੋਵੇਗਾ ਕਿ ਜਿਹੜਾ ਆਸਰਾ ਹੀ ਪਹਿਲਾਂ ਹੀ ਡੋਲ ਰਿਹਾ, ਉਹ ਪਹਿਲਾਂ ਹੀ ਡਿੱਗ ਰਿਹਾ, ਤੇ ਆਪਾਂ ਉਹਦਾ ਆਸਰਾ ਲਵਾਂਗੇ ਤੇ ਹਾਲਤ ਫਿਰ ਸਾਡੀ ਵੀ ਐਸੀ ਹੋਣੀ ਹੈ। ਹੁਣ ਦੁਨੀਆ ਦੇ ਵਿੱਚ ਬਾਹਰੀ ਤੌਰ ਤੇ ਆਪਾਂ ਸਹਾਰੇ ਲੈਂਦੇ ਆ ਨਾ, ਉਹਨਾਂ ਦੀ ਹਾਲਤ ਇਸੇ ਤਰ੍ਹਾਂ ਦੀ ਹੈ। ਉਹ ਤੇ ਆਪ ਇਹਨਾਂ ਚੀਜ਼ਾਂ ਤੋਂ ਨਹੀਂ ਬਚ ਸਕੇ। ਇਹ ਤੇ ਇੱਕ ਗੁਰੂ ਹੈ, ਇੱਕ ਰੱਬ ਹੈ, ਨਿਰੰਕਾਰ ਹੈ, ਜਿਹੜਾ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਲਾ, ਉਹਨੇ ਆਪਣੇ ਵੱਸ ਵਿੱਚ ਕਰਕੇ ਰੱਖੀਆਂ। ਜੇ ਉਹਨੂੰ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ ਨਾ, ਫਿਰ ਸਾਡਾ ਜੀਵਨ ਐਸਾ ਹੋ ਸਕਦਾ ਹੈ, ਡਿੱਗੇ ਨਾ ਡੋਲਿਆ ਦ੍ਰਿੜ ਕਰ ਰਹੇ ਹੋ। ਫਿਰ ਹੌਸਲਾ ਬੁਲੰਦ, ਜੀਵਨ ਦੇ ਅੰਦਰ ਸੱਚ ਤੇ ਗੁਰੂ ਦੀ ਵਿਚਾਰ ਲੈ ਕੇ ਉਹ ਦੁਨੀਆ ਦੇ ਅੰਦਰ ਵਿਚਰਦਾ, ਫਿਰ ਨਹੀਂ ਕਦੇ ਡੋਲਦਾ। ਸਤਿਗੁਰੂ ਜੀ ਕਹਿੰਦੇ ਪੂਰਨ ਹੋਏ ਤ੍ਰਿਪਤਾਨੀ, ਫਿਰ ਪੂਰਨ ਤੌਰ ਤੇ ਅੰਦਰੋਂ ਸੰਤੋਖੀ ਹੋ ਗਿਆ। ਅੱਛਾ, ਜੀਵਨ ਦੇ ਅੰਦਰ ਜੇ ਸੰਤੋਖ ਹੀ ਨਹੀਂ ਨਾ, ਫਿਰ ਵੀ ਆਪਾਂ, ਕਿਉਂਕਿ ਸੰਤੋਖ ਹੋਣਾ ਹੀ ਉਦੋਂ ਜਦੋਂ ਗੁਰੂ ਦੀ ਵਿਚਾਰ ਜੀਵਨ ਅੰਦਰ ਟਿਕ ਜਾਏ। ਏਦਾਂ ਨਹੀਂ ਸੰਤੋਖ ਆ ਸਕਦਾ। ਜੇ ਗੁਰੂ ਦੀ ਵਿਚਾਰ ਜੀਵਨ ਦੇ ਅੰਦਰ ਨਹੀਂ ਤੇ ਫਿਰ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਅਰਦਾਸ ਹੈ ਨਾ, ਜਿਹੜੀ ਅਰਦਾਸ ਹੈ ਉਹ ਵੀ ਗੁਰੂ ਚਰਨਾਂ ਵਿੱਚ ਉਦੋਂ ਹੀ ਪ੍ਰਵਾਨ ਹੁੰਦੀ ਹੈ ਜਦੋਂ ਤੇਰੇ ਜੀਵਨ ਅੰਦਰ ਸੱਤ ਆ ਗਿਆ, ਜਦੋਂ ਸੰਤੋਖ ਆ ਗਿਆ। ਗੁਰੂ ਸਾਹਿਬਾਂ ਦੇ ਮੁੱਖ ਵਾਕ ਪੜ੍ਹਦੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਸਤਿਗੁਰੂ ਜੀ ਕਹਿੰਦੇ ਜਿੱਦਣ ਤੇਰੇ ਜੀਵਨ ਵਿੱਚ ਸੱਤ ਸੰਤੋਖ ਆ ਗਿਆ ਨਾ, ਉਦੋਂ ਤੇਰੀ ਕੀਤੀ ਹੋਈ ਅਰਦਾਸ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾਣੀ। ਉਦੋਂ ਸਮਝ ਲੈ ਕਿ ਅੱਜ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਿਆ। ਸਤ ਸੰਤੋਖ ਹੋਏ ਅਰਦਾਸ। ਸਤਿਗੁਰੂ ਜੀ ਕਹਿੰਦੇ ਜੇ ਏਦਾਂ ਅਰਦਾਸ ਕਰੇਗਾ ਨਾ, ਤੇ ਫਿਰ ਸਤਿਗੁਰੂ ਜੀ ਕਹਿੰਦੇ
ਤਾਂ ਸੁਣ ਸਦ ਬਹਾਲੇ ਪਾਸ। ਜੇ ਤੂੰ ਸੰਤੋਖੀ ਬਣ ਕੇ ਸੱਚ ਨੂੰ ਜੀਵਨ ਅੰਦਰ ਧਾਰਨ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੇਗਾ ਨਾ, ਤੇਰੀ ਕੀਤੀ ਹੋਈ ਅਰਦਾਸ ਗੁਰੂ ਸੁਣੇਗਾ। ਤੇ ਅਰਦਾਸ ਸੁਣ ਕੇ ਗੁਰੂ ਕਰਦਾ ਕੀ ਹੈ? ਤਾਂ ਸੱਦ ਆਪਣੇ ਕੋਲ ਸੱਦ ਲੈਂਦਾ, ਬਹਾਲੇ ਪਾਸ ਆਪਣੇ ਕੋਲ ਬਿਠਾ ਲੈਂਦਾ। ਤੇ ਜਿੱਦਣ ਗੁਰੂ ਨੇ ਆਪਣੇ ਕੋਲ ਬਿਠਾ ਲਿਆ ਨਾ, ਉਦੋਂ ਫਿਰ ਸਾਰੇ ਝਗੜੇ ਝਮੇਲੇ ਜੀਵਨ ਦੇ ਅੰਦਰੋਂ ਖਤਮ ਹੋ ਜਾਣੇ। ਸਰੀਰ ਕਰਕੇ ਤੇ ਆਪਾਂ ਪਤਾ ਨਹੀਂ ਕਿੰਨਾ ਕਿੰਨਾ ਸਮਾਂ ਬੈਠੇ ਰਹਿੰਦੇ ਹਾਂ ਗੁਰੂ ਕੋਲ। ਜਿੱਦਣ ਮਨ ਕਰਕੇ ਬਹਿ ਗਏ, ਜਿੱਦਣ ਮਨ ਸਾਡਾ ਗੁਰੂ ਦੇ ਕੋਲ ਬਹਿ ਗਿਆ, ਉਦੋਂ ਸਤਿਗੁਰੂ ਜੀ ਕਹਿੰਦੇ ਉਦੋਂ ਫਿਰ ਜ਼ਿੰਦਗੀ ਦੇ ਵਿੱਚੋਂ ਝਗੜੇ ਝਮੇਲੇ ਸਾਰੇ ਦੇ ਸਾਰੇ ਖਤਮ ਹੋ ਜਾਣੇ ਨੇ। ਤੇ ਸਤਿਗੁਰੂ ਜੀ ਕਹਿੰਦੇ ਉਹ ਤ੍ਰਿਪਤ ਹੋ ਗਿਆ, ਉਹ ਸੰਤੋਖੀ ਬਣ ਕੇ ਉਹਨੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਤੇ ਗੁਰੂ ਨੇ ਉਹਦੀ ਬਾਹ ਫੜ ਕੇ ਨੂੰ ਆਪਣੇ ਕੋਲ ਬਿਠਾ ਲਿਆ। ਓਏ ਜੋ बीच हम तुम कछ होते। ਆਤਮਾ ਤੇ ਪਰਮਾਤਮਾ ਦੇ ਵਿੱਚ ਜਿਹੜੀ ਚੀਜ਼ ਹੈ, ਜਿਹੜੇ ਪਰਦੇ ਲੱਗੇ ਹੋਏ ਨੇ ਵਿੱਚ, ਉਹ ਹੀ ਸਾਨੂੰ ਰੱਬ ਦੇ ਨਾਲ ਨਹੀਂ ਮਿਲਣ ਦਿੰਦੇ। ਉਹ ਪਰਦੇ ਕਿਹੜੇ ਨੇ? ਮੈਂ, ਮੇਰੀ, ਲੋਭ, ਹੰਕਾਰ, ਮੇਰਾ, ਤੇਰਾ। ਜਦੋਂ ਜੀਵਨ ਵਿੱਚ ਮੇਰ ਤੇਰ ਆ ਗਏ, ਤੁਸੀਂ ਬਾਹਰੀ ਤੌਰ ਤੇ ਦੇਖਿਓ, ਗੁਰੂ ਸਾਹਿਬਾਂ ਨੇ ਬਹੁਤੀ ਵਾਰੀ ਜਿਹੜੀਆਂ ਉਦਾਹਰਨਾਂ ਨੇ ਉਹ ਬਾਹਰੀ ਤੌਰ ਦੇ ਉੱਤੇ ਦੱਸੀਆਂ ਵੀ ਆਹ ਦੇਖੋ। ਬਾਹਰੀ ਤੌਰ ਤੇ ਜੇ ਆਪਾਂ ਦੇਖਾਂਗੇ ਨਾ, ਤੇ ਸਾਨੂੰ ਜਿਹੜਾ ਬਾਹਰੀ ਤੌਰ ਤੇ ਜੋ ਦਿਖ ਰਿਹਾ ਉਹਨੂੰ ਜੀਵਨ ਦੇ ਅੰਦਰ ਢਾਲਣਾ ਹੈ, ਆਪਾਂ ਸੌਖਾ ਸਮਝਿਆ ਜਾਂਦਾ। ਜਦੋਂ ਬੱਚੇ ਛੋਟੇ ਛੋਟੇ ਹੁੰਦੇ ਨੇ ਨਾ, ਕਿੰਨੇ ਐਨ ਪਿਆਰ ਕਿੰਨਾ ਹੁੰਦਾ ਰਹਿੰਦਾ ਦੋਨਾਂ ਦੇ ਵਿੱਚ। ਮੰਨ ਲਓ ਕਿ 2-4 ਭਰਾ ਹੋਣ, ਜੇ ਛੋਟੇ ਛੋਟੇ ਕਿੰਨਾ ਇੰਨਾ ਪਿਆਰ ਹੁੰਦਾ, ਉਹ ਬਾਹਰ ਦਾ ਉਹਨਾਂ ਨੂੰ ਕੋਈ ਮਾੜੀ ਮੋਟੀ ਗੱਲ ਵੀ ਨਹੀਂ ਕਹਿ ਸਕਦਾ। ਹੌਲੀ ਹੌਲੀ ਵੱਡੇ ਜਿਹੜਾ ਇੱਦਾਂ ਸਮਾਂ ਦੁਨੀਆ ਅੰਦਰ ਚੱਲ ਰਿਹਾ, ਇੱਕ ਸਮਾਂ ਐਸਾ ਹੁੰਦਾ ਹੈ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ, ਇੱਕ ਦੂਜੇ ਨੂੰ ਦੇਖਣਾ ਨਹੀਂ ਮੰਗਦੇ। ਕਾਰਨ ਕੀ ਹੋਇਆ? ਜਦੋਂ ਵੱਡੇ ਹੋਏ ਨਾ, ਤਾਂ ਮੈਂ ਮੇਰੀ ਆ ਗਈ ਵਿੱਚ। ਆਹ ਚੀਜ਼ ਮੇਰੀ ਹੈ, ਆਹ ਤੇਰੀ ਹੈ, ਆਹ ਧੀਆਂ ਪੁੱਤਰ ਮੇਰੇ ਨੇ, ਆਹ ਧੀਆਂ ਪੁੱਤਰ ਤੇਰੇ ਨੇ, ਆਹ ਚੀਜ਼ ਦੇ ਉੱਤੇ ਮੇਰਾ ਹੱਕ ਹੈ, ਆਹ ਚੀਜ਼ ਦੇ ਉੱਤੇ ਤੇਰਾ ਹੱਕ ਹੈ। ਆਹ ਕੀ ਹੋਇਆ? ਸਾਡੇ ਜੀਵਨ ਦੇ ਅੰਦਰ ਪਰਦੇ ਖੜੇ ਹੋ ਗਏ। ਜੇ ਪਰਦੇ ਖੜੇ ਹੋ ਗਏ, ਜਿਹੜੇ ਸਾਡੇ ਖੂਨ ਦੇ ਰਿਸ਼ਤੇ ਸਨ ਨਾ, ਉਹਨਾਂ ਦੇ ਵਿੱਚ ਪਾੜ ਪਾ ਦਿੱਤੀ, ਉਹ ਦੂਰ ਦੂਰ ਕਰ ਦਿੱਤੇ, ਪਰਦੇ ਖੜੇ ਹੋ ਗਏ ਵਿੱਚ। ਏਦਾਂ ਹੀ ਸਤਿਗੁਰੂ ਜੀ ਕਹਿੰਦੇ, ਜੇ ਰੱਬ ਨੂੰ ਮਿਲਣਾ ਨਾ, ਆ ਮੈਂ ਮੇਰੀ ਵਾਲੇ ਪਰਦੇ ਜਿਹੜੇ ਨੇ ਖਤਮ ਕਰਨੇ ਪੈਣੇ ਨੇ, ਪਾੜਨੇ ਪੈਣੇ ਨੇ। ਸਤਿਗੁਰਾਂ ਦੇ ਪਾਵਨ ਬਚਨ ਪੜ੍ਹਦੇ ਹੋ, ਜਬ ਹਮ ਹੋਤੇ तब तू नहीं, अब तू ही मैं नहीं। ਹੁਣ ਜੇ ਰੱਬ ਦੇ ਪਿਆਰ ਦੀ ਗੱਲ ਕਰੀਏ ਨਾ, ਜਿਹਦੀ ਪ੍ਰੀਤ ਰੱਬ ਦੇ ਨਾਲ ਹੈ, ਕਿਉਂਕਿ ਇਹ ਸੱਚੀ ਪ੍ਰੀਤ ਹੈ। ਜਿਹੜੇ ਰੱਬ ਨਾਲ ਕਿਸੇ ਦੀ ਪ੍ਰੀਤ ਪੈ ਜਾਏ ਨਾ, ਸੱਚਮੁੱਚ ਇਹ ਇੰਨੀ ਸੱਚੀ ਪ੍ਰੀਤ ਹੈ ਕਿ ਮਨੁੱਖ ਨੂੰ ਸੱਚਾ ਬਣਾ ਦਿੰਦੀ ਹੈ, ਉਹਦੇ ਅੰਦਰ ਸੱਚ ਵਸਾ ਦਿੰਦੀ ਹੈ। ਤੇ ਉਹ ਸੱਚ ਦੇ ਵਿੱਚ ਫਿਰ ਮਨੁੱਖ ਇੰਨਾ ਘੁਲ ਮੁਲ ਮਿਲ ਜਾਂਦਾ ਹੈ ਨਾ। ਹੁਣ ਤੁਸੀਂ ਦੇਖੋ, ਜੇ ਬਾਹਰੀ ਤੌਰ ਤੇ ਸਾਡੀ ਕਿਸੇ ਨਾਲ ਪ੍ਰੀਤ ਹੈ ਨਾ, ਅਸੀਂ ਉਹਨੂੰ ਕਿੰਨੇ ਸਤਿਕਾਰ ਨਾਲ ਬੁਲਾਉਂਦੇ ਆ, ਤੁਸੀਂ ਕਹਿ ਕੇ, ਤੁਹਾਡੇ ਕਹਿ ਕੇ ਗੱਲ ਕਰਨੀ ਹੋਵੇ ਕੋਈ, ਤੇ ਆਪਾਂ ਕਦੇ ਉਹਨੂੰ ਤੂੰ ਕਰਕੇ ਗੱਲ ਨਹੀਂ ਕਰਦੇ ਉਹਦੇ ਨਾਲ। ਜੇ ਤੂੰ ਕਰ ਕਰੀਏ, ਅਗਲਾ ਕਹਿੰਦਾ ਕਿ ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ। ਕਮਾਲ ਦੀ ਗੱਲ ਹੈ, ਐਡਾ ਵੱਡਾ ਪਰਮਾਤਮਾ ਰੱਬ ਜਿਹੜਾ ਪੂਰੀ ਕਾਇਆ ਨਾਥ ਦਾ ਮਾਲਕ ਹੈ, ਜਦੋਂ ਉਹਦੇ ਨਾਲ ਮਨੁੱਖ ਦੀ ਪ੍ਰੀਤ ਹੋ ਜਾਂਦੀ ਹੈ, ਫਿਰ ਰੱਬ ਵਾਸਤੇ ਵੇਖਿਓ ਤੁਸੀਂ ਬਾਣੀ ਅੰਦਰ ਸ਼ਬਦ, ਜਬ ਹਮ ਹੋਤੇ ਤਬ ਤੂੰ ਨਹੀਂ। ਆਪਣੇ ਵਾਸਤੇ ਹਮ ਸ਼ਬਦ ਹੈ ਤੇ ਰੱਬ ਜੀ ਦੇ ਵਾਸਤੇ ਤੂੰ ਸ਼ਬਦ ਹੈ। ਜਬ ਹਮ ਹੋਤੇ ਤਬ ਤੂੰ ਨਹੀਂ। ਫਿਰ ਜੇ ਜੀਵਨ ਦੇ ਅੰਦਰ ਆ ਵੀ ਗਿਆ ਰੱਬ, ਫਿਰ ਕਹਿੰਦੇ ਅਬ ਤੂੰ ਹੀ ਮੈਂ ਨਹੀਂ। ਰੱਬ ਜੀ ਜਿੰਨੀ ਦੇਰ ਤੱਕ ਮੈਂ ਮੇਰੀ ਸੀ ਨਾ, ਮੇਰੇ ਹਿਰਦੇ ਅੰਦਰ ਬੈਠੀ ਹੋਈ, ਉਨੀ ਦੇਰ ਤੱਕ ਤੂੰ ਮੇਰੇ ਹਿਰਦੇ ਅੰਦਰ ਨਹੀਂ ਸੀ। ਅੱਜ ਤੇਰੀ ਰਹਿਮਤ ਹੋਈ ਏ, ਅੱਜ ਤੂੰ ਮੇਰੇ ਹਿਰਦੇ ਅੰਦਰ ਆ ਵਸਿਆ, ਹੁਣ ਮੈਂ ਮੇਰੀ ਨਹੀਂ ਰਹੀ। ਹੁਣ ਤੇ ਤੇਰਾ ਤੁਧ ਕੋ ਸੌਂਪ ਦੇ ਕਿਆ ਲਾਗੇ, ਮੇਰਾ ਵਾਲੀ ਅਵਸਥਾ ਆ ਗਈ। ਹੁਣ ਤੇ ਮੈਨੂੰ ਸਾਰਾ ਕੁਝ ਤੇਰਾ ਹੀ ਤੇਰਾ ਦਿਖਾਈ ਦਿੰਦਾ, ਮੇਰਾ ਤੇ ਹੈ ਹੀ ਕੁਝ ਨਹੀਂ।
ਇਹ ਰੱਬ ਦੀ ਪ੍ਰੀਤ ਹੈ। ਇਹ ਸਤਿਗੁਰੂ ਜੀ ਕਹਿੰਦੇ ਜਿਸ ਦਿਨ ਮੈਂ ਮੇਰੇ ਵਾਲੇ ਪਰਦੇ ਪਾਟਣਗੇ ਨਾ ਉਦੋਂ ਸਮਝ ਲੱਗਣੀ ਹੈ। ओए जो बीच हम तुम कछ होते तिन की बात बिलानी बराने दर तक खत्म हो गई। हुण नहीं रह गई विच उन्हां दी गलबात ही मैं मेरी वाली गल ही खत्म कर दी है। हुण ते रब जी तू ही तू है, जेड़े पासे देखदा तू ही तू है, तेरे तो बिना कोई नजर ही नहीं आता। हुण नहीं मैं मेरी मेरे जीवन के अंदर नहीं। अगे सतगुरु जी बख्शे करते ने अलंकार मिल थैली हुई है ताते कनक बखानी। अलंकार का मतलब है जिदा सोने तो बने हुए गहने, सोने तो गहने बनाए हुण किसी का ना कड़ा है, किसी का मुंदरी है, किसी का छल्ला है, किसी का हार है। पर जदों उन्होंने आप सनार के कोल लै जाइए, सनार सारे इकट्ठे करके ना अपनी कठाली दे विच पा के ते उन्होंने जो ता देंदा ना वो सारे गहणियां दी ना एक डली बना देंदा सोने की। कहते हुण दसो कित्थे ने, वो कड़ा कित्थे है, मुंदरी कित्थे है, चैन कित्थे है, जिन्हां दे नाम वक्रे वक्रे सी। बारी तौर पर उदाहरण है। असल दे विच सोना की है? गुरु निरंकार रब सोना है। असीं जेड़े दुनिया अंदर पैदा होए हैं, असीं निक्के निक्के गहने हैं, असीं वक्रे वक्रे नाम रखे हुए ने अपने, साडे स्टेटस वक्रे वक्रे ने सारियां दे। ते जिद्दां रब दे विच भेद हो गए उदों लभना कोई। बाणी पढ़ के ना, बाणी पढ़ के की करना, रब विच भेद होना। पर तुसीं देखियो बाणी पढ़न वाला मनुख पता की करदा, जे थोड़ी जी बाणी समझ आ जाए, जो गांह तुर लगदा जीवन में, फिर अपने आप को समझदा कि हुण मेरे वर्गा कोई नहीं हैगा ते दूजियां वर्गा माड़ा कोई नहीं, मेरे वर्गा चंगा कोई नहीं, मैं तो बाणी बड़ी पढ़दा। उल्टा काम हो गया ना। बाणी यही है जिन्हें सानू सवारना। उन्होंने सोचता दूजा बंदा नीवा, इन्हें तो कदे गुरुद्वारे नहीं आके देखा, मैं इन्नी बाणी पढ़दा। जो फिर विच मैं मेरी है विच, फिर समझ लेना बाणी पढ़ी नहीं, फिर नहीं गल बननी नहीं। फिर बाणी पढ़ के ते सबको मीत हम आपन कीना, हम सबना के साजन आ बनना सी। बाणी पढ़ के अवस्था जीवन दे विच आउणी सी। ना को बैरी नहीं बेगाना सगल संग हमको बाणे आई। हुण ते मैनूं सारे अपने लगदे ने। एक पिता एक सके हम बारक तू मेरा गुरहाई। मैं गुरु कोल पुछ लिया, मेरा गुरु कहंदा सारे असीं एक पिता दे ही हां, साडे विच कोई माड़ा नहीं, कोई चंगा नहीं। अखीर वाली पंक्तियां दे अंदर सतगुरु जी बख्शिश करदे ने, प्रगटियो जोत सहज सुख शोभा बाजे अनहद बानी। कहो नानक ने चल घर बांधियो गुर कीओ बंधानी। प्रगटियो जोत, आ सारा कुछ काहदे वास्ते करना सी? जेड़ी मेरे हिरदे अंदर रब जी की जोत है वो प्रगट हो जाए। इदा कह लीए भी लैट का शीशा साफ कर रहे सी आपां, बाणी पढ़ पढ़ के, बाणी विचार विचार के मन रूपी शीशे नूं साफ कर रहे सी भी जिहड़ी इत्थे अंदर जोत जग रही है ना, ਉਹਦੀ किते मन के अंदर रोशनी हो जाए। असीं ज्ञान के दीपक के कोल बैठ के, ज्ञान के दीपक के विच बैठ के रब नूं ध्या सकीए, सानूं समझ लग सके कि मेरा वजूद की है, रब का वजूद की है, रब नूं किवें पाया जाना, उन्होंने किवें जीवन के अंदर प्रगट करना है। सतगुरु जी कहते प्रगटिओ जोत, वो जोत फिर इस हिरदे अंदर प्रगट हो जाती। फिर मनुख के जीवन अंदर ना कोई माड़ी भावना, ना मैं मेरे की भावना, सारा कुछ खत्म हो जाता। अखीर वे सतगुरु जी कहते कहो नानक नेचर घर बांधियो। नेचर घर होंदा जिहड़ा कदे डोलदा ही नहीं, जिहड़ा कदे गवाचदा ही नहीं, जिहड़ा कदे टुटदा ही नहीं। गुर कीओ बंधानी। गुरु ने हुण ऐसा घर बना दिता, ऐसी रहमत कर दी है, ऐसे घर दे विच मेरा वासा हो गया जिहड़ा घर कदे डोलदा ही नहीं। सो समा जे 5-7 मिनट वध लग गया जी, क्षमा करना। आओ सारे जने मिल के आनंद साहब 6 पौड़ियां का जाप, उपरंत गुरु चरणों में अरदास बेनती आप सारिਆਂ ने मिल के करनी है। सतगुरु जी कृपा करन पावन शब्द नूं जिन्ना आपां 3 दिनों में सारे जनिਆਂ ने मिल के विचारिया, पावन शब्द की विचार साडे जीवन के अंदर वस जाए कि असीं गुरु चरणों में आए हुए प्रवान हो जाइए। बेनती है जी, सुरिंदर सिंह जी ने, गुरप्रीत कौर जी, सुरिंदर सिंह जी ने, उन्होंने आधार कार्ड है जिथे होर तो मेरे को प्राप्त कर सकते हैं जी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਅਦਾਗਰ ਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ, ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ।